10 ਅੰਮ੍ਰਿਤ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ। ਅੱਜ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਭਾਰਤ ਦੇ ਜਿਹੜੇ ਕਿ ਸਾਬਕਾ ਰਾਸ਼ਟਰਪਤੀ ਰਹੇ ਨੇ ਉਹਨਾਂ ਵੱਲੋਂ ਅੱਜ 골ਡ ਮੈਡਲ ਦਿੱਤੇ ਗਏ ਉਹਨਾਂ ਵਿਦਿਆਰਥੀਆਂ ਨੂੰ ਜਿਨ੍ਹਾਂ ਨੇ ਟੌਪ ਕੀਤਾ। ਗੱਲਬਾਤ ਕਰਦੇ ਹਾਂ ਸਾਡੇ ਨਾਲ ਨੇ। ਹਾਂਜੀ, ਕੀ ਨਾਮ ਹੈ ਤੁਹਾਡਾ? ਰਵਨੀਤ ਕੌਰ। ਰਵਨੀਤ ਜੀ, ਅੱਜ ਕਿਵੇਂ ਮਹਿਸੂਸ ਹੋਇਆ ਤੁਹਾਨੂੰ 골ਡ ਮੈਡਲ ਮਿਲਿਆ ਹੈ? ਕਿਉਂ ਮਿਲਿਆ ਇਹ 골ਡ ਮੈਡਲ? ਕਿਹੜੀ ਤੁਹਾਡੇ 'ਚ ਖਾਸੀਅਤ ਹੈ? ਕਿਵੇਂ ਤੁਸੀਂ ਸਟੱਡੀ ਕੀਤੀ? ਕਿਵੇਂ? ਸਰ, ਬਹੁਤ ਹੀ ਓਵਰਵੈਲਮਿੰਗ ਮੂਮੈਂਟ ਹੈ ਇਹ। ਤੇ 골ਡ ਮੈਡਲ ਆਪਣੇ ਫਾਰਮਰ ਪ੍ਰੈਜ਼ੀਡੈਂਟ ਤੋਂ ਮਿਲਣਾ ਬਹੁਤ ਵੱਡੀ ਓਪਰਚੁਨਿਟੀ ਤੇ ਬਹੁਤ ਵੱਡੀ ਇੱਕ ਗੋਲਡਨ ਮੂਮੈਂਟ ਹੈ। ਮੈਂ ਮਾਸਟਰਸ ਆਫ ਬੋਟਨੀ ਦੇ ਵਿੱਚ ਟੌਪ ਕੀਤਾ ਵਿਦ ਅ CGPA ਆਫ 9.13 ਤੇ ਕਰੰਟਲੀ ਮੈਂ ਪੰਜਾਬ ਬਾਇਓਡਾਇਵਰਸਿਟੀ ਬੋਰਡ ਦੇ ਵਿੱਚ ਐਸ ਟੈਕਨੀਕਲ ਆਫਿਸਰ ਕੰਮ ਕਰ ਰਹੀ ਹਾਂ ਐਂਡ ਮੇਰਾ ਐਕਸਪੀਰੀਅੰਸ ਇੱਥੇ ਕਮੈਂਡੇਬਲ ਸੀਗਾ। ਬਹੁਤ ਇੱਥੇ ਦੇ ਟੀਚਰਸ, ਇੱਥੇ ਦੀ ਫੈਕਲਟੀ ਬਹੁਤ ਜ਼ਿਆਦਾ ਹੈਲਪਫੁਲ ਨੇ ਐਂਡ ਇਟ ਵਾਜ਼ ਅ ਗ੍ਰੇਟ ਐਕਸਪੀਰੀਅੰਸ। ਚੰਡੀਗੜ੍ਹ ਯੂਨੀਵਰਸਿਟੀ ਦਾ ਤਜਰਬਾ ਤੁਹਾਨੂੰ ਕਿਵੇਂ ਦਾ ਰਿਹਾ? ਸਰ, ਇੱਥੇ ਦਾ ਤਜਰਬਾ ਤੁਹਾਨੂੰ ਇੰਨਾ ਜ਼ਿਆਦਾ ਐਕਸਪੋਜ਼ਰ ਮਿਲਦਾ, ਤੁਸੀਂ ਬਹੁਤ ਸਾਰੇ ਗੋਲਡਨ ਮੂਮੈਂਟਸ ਇੰਜੋਏ ਕਰਦੇ ਹੋ। ਇਸ ਜਿਹੜਾ ਆਪਣਾ ਸਫ਼ਰ ਹੈਗਾ, ਮੇਟ ਵੀ ਆਪਣੇ ਅਕੈਡਮਿਕਸ 'ਚ ਹੋਵੇ, ਕੋ ਕਰਿਕੂਲਰ ਐਕਟੀਵਿਟੀਜ਼ 'ਚ ਹੋਵੇ, ਤੁਸੀਂ ਐਜ਼ ਅ ਗੋਲਡਨ ਸਟਾਰ ਬਣ ਕੇ ਨਿਕਲਦੇ ਹੋ ਇੱਥੇ, ਸਪਾਰਕਲਿੰਗ ਸਟਾਰ। ਸੋ ਬਹੁਤ ਹੀ ਵਧੀਆ ਐਕਸਪੀਰੀਅੰਸ ਰਿਹਾ ਇੱਥੇ। ਬਿਲਕੁਲ। ਤੁਹਾਡਾ ਕੀ ਨਾਮ? ਅਤੁਲ। ਅਤੁਲ, ਕਿਵੇਂ ਫੀਲ ਕਰਦੇ ਹੋ? ਤੁਹਾਨੂੰ ਵੀ ਅੱਜ 골ਡ ਮੈਡਲ ਮਿਲਿਆ। ਤੁਸੀਂ ਕਿਹੜੀ ਸਟੱਡੀ ਕੀਤੀ ਸੀਗੀ ਜਿਹਦੇ ਕਰਕੇ ਤੁਹਾਨੂੰ 골ਡ ਮੈਡਲ ਮਿਲਿਆ? ਤੁਸੀਂ ਬਹੁਤ ਵਧੀਆ ਕਹਿੰਦੇ ਅੰਕਾਂ ਦੇ ਨਾਲ ਅੱਗੇ ਆਏ। So I did VFX animation masters and right now I'm working in Dubai as a creative lead, and Chandigarh University is a very good university and the teachers are very good, so I got to learn many things from here and this is a very big moment for me. ਥੈਂਕ ਯੂ। ਸੋ ਬਿਲਕੁਲ, ਜਿਵੇਂ ਕਿ ਸਾਬਕਾ ਜਿਹੜੇ ਕਿ ਰਾਸ਼ਟਰਪਤੀ ਨੇ ਭਾਰਤ ਦੇ, ਉਹਨਾਂ ਵੱਲੋਂ ਇਹ ਜਿਹੜੇ ਕਿ ਅੱਜ ਇਹਨਾਂ ਨੂੰ 골ਡ ਮੈਡਲ ਦਿੱਤੇ ਗਏ ਨੇ ਅਲੱਗ-ਅਲੱਗ ਸਟਰੀਮ ਦੇ ਵਿੱਚ। ਸਾਡੇ ਨਾਲ ਹੋਰ ਵੀ ਸਟੂਡੈਂਟਸ ਨੇ। ਹਾਂਜੀ, ਕੀ ਨਾਮ ਹੈ ਤੁਹਾਡਾ? ਗੁੱਡ ਮਾਰਨਿੰਗ ਸਰ, ਮੇਰਾ ਨਾਮ ਕੋਮਲ ਸ਼ਰਮਾ ਹੈ ਤੇ ਤੁਹਾਨੂੰ ਅੱਜ 골ਡ ਮੈਡਲ ਮਿਲਿਆ, ਕਿਵੇਂ ਮਹਿਸੂਸ ਕਰਦੇ ਹੋ? ਸਰ, ਬਹੁਤ ਖੁਸ਼ੀ ਹੈ। ਪੇਰੈਂਟਸ ਵੀ ਨਾਲ ਆਏ ਨੇ ਤੇ ਸਾਰਿਆਂ ਨੂੰ ਬਹੁਤ ਖੁਸ਼ੀ ਹੈ ਕਿਉਂਕਿ ਮੈਂ ਆਪਣੀ ਫੈਮਿਲੀ 'ਚੋਂ ਵੀ ਪਹਿਲੀ ਕੁੜੀ ਹਾਂ ਕਿ ਜਿਹਨੇ ਪਹਿਲੀ ਵਾਰ 골ਡ ਮੈਡਲ ਹਾਸਿਲ ਕੀਤਾ ਤੇ ਸਾਰੇ ਬਹੁਤ ਖੁਸ਼ ਨੇ। ਮੈਂ ਤੇ ਬਹੁਤ ਖੁਸ਼ ਹਾਂ। ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਆ ਕੇ ਜਿਹੜੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਆ ਉਹ ਤੁਹਾਨੂੰ 골ਡ ਮੈਡਲ? ਬਿਲਕੁਲ ਵੀ ਨਹੀਂ। ਜਦੋਂ ਪਹਿਲੀ ਵਾਰ ਕਦਮ ਰੱਖਿਆ ਸੀ ਬਿਲਕੁਲ ਨਹੀਂ ਸੋਚਿਆ ਸੀਗਾ ਕਿ ਇੰਨੀ ਵੱਡੀ ਓਪਰਚੁਨਿਟੀ ਮਿਲੂਗੀ, ਇੰਨਾ ਵੱਡਾ ਸਟੇਜ ਸਾਡੀ ਵੇਟ ਕਰ ਰਿਹਾ ਹੋਊਗਾ 4 ਸਾਲ ਬਾਅਦ, ਤੇ ਬਹੁਤ ਖੁਸ਼ੀ ਹੈ। ਥੈਂਕ ਯੂ। ਬਿਲਕੁਲ, ਸਟੂਡੈਂਟਸ ਉਹਨੇ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਜਿਨ੍ਹਾਂ ਨੂੰ 골ਡ ਮੈਡਲ ਮਿਲੇ ਨੇ। ਅੱਜ ਹੀ ਚੰਡੀਗੜ੍ਹ ਯੂਨੀਵਰਸਿਟੀ ਦੀ 9th ਕਨਵੋਕੇਸ਼ਨ ਜਿਹੜੀ ਆ ਉਹ ਹੋਈ ਹੈ ਔਰ ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਜੀ ਨੇ ਸਾਡੇ ਵਿਦਿਆਰਥੀਆਂ ਨੂੰ 골ਡ ਮੈਡਲ ਤੇ ਡਿਗਰੀਆਂ ਜਿਹੜੀਆਂ ਨੇ ਉਹ ਤਕਸੀਮ ਕੀਤੀਆਂ ਔਰ 1400 ਦੇ ਕਰੀਬ ਜਿਹੜੇ ਸਟੂਡੈਂਟਸ ਨੇ ਉਹਨਾਂ ਨੇ ਅੱਜ ਆਪਣੀਆਂ ਡਿਗਰੀਆਂ ਹਾਸਲ ਕੀਤੀਆਂ। ਔਰ ਖੁਸ਼ੀ ਦੀ ਗੱਲ ਇਹ ਹੈ ਕਿ ਜਿਹੜੇ 골ਡ ਮੈਡਲ ਮਿਲੇ ਹੈਗੇ ਨੇ ਉਹਨਾਂ ਵਿੱਚੋਂ 62% ਜਿਹੜੀਆਂ ਨੇ ਉਹ ਲੜਕੀਆਂ ਹੈਗੀਆਂ ਨੇ। ਇੱਕ ਬਹੁਤ ਅੱਛੀ ਪ੍ਰਾਪਤੀ ਹੈ ਕਿ ਹਾਇਰ ਐਜੂਕੇਸ਼ਨ ਦੇ ਵਿੱਚ, ਕੁਆਲਿਟੀ ਐਜੂਕੇਸ਼ਨ ਦੇ ਵਿੱਚ ਸਾਡੀਆਂ ਧੀਆਂ, ਸਾਡੀਆਂ ਬੇਟੀਆਂ ਜਿਹੜੀਆਂ ਹੈ ਉਹ ਸਾਡੇ ਬੇਟਿਆਂ ਤੋਂ ਚੰਗਾ ਪਰਫਾਰਮ ਕਰ ਰਹੀਆਂ ਹੈਗੀਆਂ ਨੇ ਜੀ। ਸਰ ਸਾਹਿਬ, ਕਿੱਦਾਂ ਦੇਖੀ ਕਿਉਂਕਿ ਜਿਹੜਾ ਅੱਜ ਵੀ ਜਿਹੜੇ ਨਤੀਜੇ ਸਾਹਮਣੇ ਆਏ ਨੇ ਉਸ ਦੇ ਵਿੱਚ ਬੇਟੀਆਂ ਨੇ ਜ਼ਿਆਦਾ ਬਾਜ਼ੀ ਜ਼ਿਆਦਾ ਮਾਰੀ ਹੈ। ਕਹਿੰਦੇ ਬਾਹਰ ਵੀ ਜਿਹੜੇ ਬਾਹਰਲੀ ਕੰਟਰੀਜ਼ ਦੇ ਵਿੱਚੋਂ ਸਿਲੈਕਟ ਹੋਈਆਂ ਨੇ। ਹਾਂ, ਬੱਚੇ ਇਹਨਾਂ ਵਿੱਚੋਂ ਜਿਹਨਾਂ ਨੂੰ ਡਿਗਰੀਆਂ ਹਾਸਲ ਕੀਤੀਆਂ ਨੇ ਇਹਨਾਂ 'ਚ ਬਹੁਤ ਸਾਰੇ ਬੱਚੇ ਆ ਜਿਹੜੇ ਆਪਣਾ ਰੁਜ਼ਗਾਰ ਹਾਸਲ ਕਰ ਚੁੱਕੇ ਆ। ਬਹੁਤ ਸਾਰੇ ਬੱਚੇ ਆ ਜਿਹੜੇ ਫਰਦਰ ਰਿਸਰਚ ਵਾਸਤੇ ਫੋਰਨ ਯੂਨੀਵਰਸਿਟੀਆਂ ਨੇ, ਸਾਡੇ ਜਿਹੜੇ ਕਰੀਬ 400 ਦੇ ਕਰੀਬ ਫੋਰਨ ਯੂਨੀਵਰਸਿਟੀਆਂ ਨਾਲ ਸਾਡੇ ਟਾਈਅਪ ਹੈ, ਉਹਨਾਂ ਵਿੱਚ ਟਰਾਂਸਫਰ ਪ੍ਰੋਗਰਾਮ ਦੇ ਵਿੱਚ ਅੱਗੇ ਪੜ੍ਹਨ ਵਾਸਤੇ ਵੀ ਜਾਣਗੇ। ਬਹੁਤ ਸਾਰੇ ਬੱਚੇ ਆ ਜਿਹੜੇ ਅੱਗੇ ਰਿਸਰਚ ਕਰਨਾ ਚਾਹੁੰਦੇ ਆ। ਲੇਕਿਨ ਖੁਸ਼ੀ ਦੀ ਗੱਲ ਇਹ ਹੈਗੀ ਆ ਕਿ ਜਿਵੇਂ ਇਹਨਾਂ ਨੇ ਦੱਸਿਆ ਕਿ ਜਿਹੜੀਆਂ ਬੇਟੀਆਂ ਦੀ ਰੇਸ਼ੋ ਜਿਹੜੀ ਹੈਗੀ ਆ ਉਹ ਹਮੇਸ਼ਾ ਸਾਡੀ ਚਿੰਤਾ ਦਾ ਵਿਸ਼ਾ ਰਹਿੰਦੇ ਆ, ਲੇਕਿਨ ਟੋਟਲ ਡਿਗਰੀ ਪ੍ਰਾਪਤ ਕਰਨ ਵਾਲੇ ਬੱਚਿਆਂ ਵਿੱਚ ਅੱਜ 45% ਜਿਹੜੀਆਂ ਉਹ ਲੜਕੀਆਂ ਸੀਗੀਆਂ। 5% ਦਾ ਫਰਕ ਇਹ ਵੀ ਅਸੀਂ ਕੱਢ ਲੈਣਾ ਹੈਗਾ। ਅਸੀਂ ਚਾਹੁੰਦੇ ਹਾਂ ਕਿ ਪੂਰਾ 50% ਜਿਹੜਾ ਸਾਡੀਆਂ ਬੇਟੀਆਂ ਪੜ੍ਹਾਈ ਵਿੱਚ ਅੱਗੇ ਆਉਣ ਔਰ ਅਸੀਂ ਇਸ ਵਾਸਤੇ ਸਪੈਸ਼ਲ ਸਕਾਲਰਸ਼ਿਪਸ ਤੇ ਹੋਰ ਇਨਸੈਂਟਿਵ ਵੀ ਜਿਹੜੇ ਆ ਉਹ ਦੇ ਕੇ ਇਨਕਰੇਜ ਕਰਨਾ ਚਾਹੁੰਦੇ ਆ ਔਰ ਬੇਨਤੀ ਵੀ ਕਰਨਾ ਚਾਹੁੰਦੇ ਆ ਸਾਡੇ ਸਾਰੇ ਸਮਾਜ ਨੂੰ ਕਿ ਬੇਟੀਆਂ ਨੂੰ ਪੜ੍ਹਾਉਣ ਦੇ ਵਾਸਤੇ, ਖਾਸ ਕਰਕੇ ਹਾਇਰ ਐਜੂਕੇਸ਼ਨ ਵਾਸਤੇ, ਉਹ ਜ਼ਰੂਰ ਤਰਜੀਹ ਦੇਣ ਤਾਂ ਕਿ ਜਿਹੜਾ ਸਾਡੇ ਸਮਾਜ ਦਾ ਬੈਲੈਂਸ ਹੈਗਾ ਉਹ ਬਰਕਰਾਰ ਰਹੇ ਔਰ ਇਸ ਦੇ ਨਾਲ ਹੀ ਜਿਹੜਾ ਇੱਕ ਕ੍ਰੀਏਟਿਵ ਮਾਈਂਡ ਹੈ ਜਿਹੜੇ ਸਾਡੇ, ਕਿਉਂਕਿ ਜਿਹੜਾ ਹੁਨਰ ਬੇਟੀਆਂ ਕੋਲੇ ਹੈ, ਬੇਟਿਆਂ ਕੋਲੇ ਆਪਣੀ ਤਰ੍ਹਾਂ ਦਾ ਹੈ। ਇਹ ਨਹੀਂ ਕਿ ਉਹ ਮੈਂ ਉਹਨਾਂ ਦੇ ਖਿਲਾਫ ਕੋਈ ਗੱਲ ਕਰ ਲਵਾਂ, ਮੇਰੇ ਗੱਲ ਪੈ ਜਾਣ, ਪਰ ਸੱਚਾਈ ਇਹ ਹੈਗੀ ਹੈ ਕਿ ਬਹੁਤ ਕ੍ਰੀਏਟਿਵ ਹੁੰਦੀਆਂ ਨੇ ਬੇਟੀਆਂ ਔਰ ਇਹਨਾਂ ਦੀ ਪੜ੍ਹਾਈ ਵਾਸਤੇ ਸਾਨੂੰ ਵਿਸ਼ੇਸ਼ ਉਪਰਾਲੇ ਕਰਨੇ। ਸੰਧੂ ਸਾਹਿਬ, ਅੰਦਰ ਨਿਊ ਐਜੂਕੇਸ਼ਨ ਪਾਲਿਸੀ ਦੀ ਗੱਲ ਹੋਈ ਹੈ, ਬਤੌਰ ਐਡੂਪ੍ਰੈਨਿਓਰ ਤੁਸੀਂ ਨਿਊ ਐਜੂਕੇਸ਼ਨ ਪਾਲਿਸੀ ਨੂੰ ਕਿੱਦਾਂ ਦੇਖਦੇ ਹੋ? ਚੰਡੀਗੜ੍ਹ ਯੂਨੀਵਰਸਿਟੀ ਦਾ ਲੀਡਿੰਗ ਰੋਲ ਰਿਹਾ ਹੈਗਾ ਨਿਊ ਐਜੂਕੇਸ਼ਨ ਪਾਲਿਸੀ ਨੂੰ ਇੰਪਲੀਮੈਂਟ ਕਰਨ ਦੇ ਵਾਸਤੇ। ਰਾਦਰ ਅਸੀਂ ਯੂਪੀ ਤੇ ਗੁਜਰਾਤ 2 ਸਟੇਟਾਂ ਦੇ ਵਿੱਚ ਜਾ ਕੇ ਅਸੀਂ ਮੈਂਟਰਿੰਗ ਵੀ ਕੀਤੀ ਹੈ। ਸਾਨੂੰ ਮੌਕਾ ਮਿਲਿਆ ਕਿਉਂਕਿ ਸਭ ਤੋਂ ਪਹਿਲਾਂ ਅਸੀਂ ਸੀ ਜਿਨ੍ਹਾਂ ਨਿਊ ਐਜੂਕੇਸ਼ਨ ਪਾਲਿਸੀ ਦੇ ਮਾਡਲ ਨੂੰ ਸਮਝਿਆ
ਔਰ ਉਹਨੂੰ ਇੱਕ ਮੈਜ਼ਰੇਬਲ ਗੋਲ ਦੇ ਵਿੱਚ ਕਨਵਰਟ ਕੀਤਾ। ਮੈਨੂੰ ਲੱਗਦਾ ਕਿ ਅਗਰ ਅਸੀਂ ਭਾਰਤ ਦੇ ਐਜੂਕੇਸ਼ਨ ਸਿਸਟਮ ਨੂੰ ਜਾਂ ਅਸੀਂ ਕਹਿ ਲਈਏ ਪੰਜਾਬ ਦੇ ਐਜੂਕੇਸ਼ਨ ਸਿਸਟਮ ਨੂੰ ਵਿਸ਼ਵ ਪੱਧਰੀ ਬਣਾਉਣਾ ਤੇ ਸਾਡੇ ਵਾਸਤੇ ਜ਼ਰੂਰੀ ਹੈ ਕਿ ਅਸੀਂ ਨਿਊ ਐਜੂਕੇਸ਼ਨ ਪਾਲਿਸੀ ਨੂੰ ਲਾਗੂ ਕਰੀਏ, ਉਹਨੂੰ ਅਪਣਾ ਲਈਏ। ਲੇਕਿਨ ਐਜੂਕੇਸ਼ਨ ਪਾਲਿਸੀ ਨੂੰ ਲਾਗੂ ਕਰੀਏ, ਲੇਕਿਨ ਜਿਹੜੀ ਪੰਜਾਬ ਜਾਂ ਪੰਜਾਬੀ ਬੋਲੀ ਨੂੰ ਜਦੋਂ ਯੂਨੀਵਰਸਿਟੀ ਦੇ ਵਿੱਚ ਕਹਿ ਦਿੱਤਾ ਜਾਂਦਾ ਕਿ ਇਹ ਖਾਸ ਮਾਨਤਾ ਨਹੀਂ ਹੈ, ਇਹਨੂੰ ਥੋੜਾ ਦੂਜੀ ਇੱਕ ਮਾਮਲਾ ਵੀ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਸਾਹਮਣੇ ਆਇਆ ਸੀ, ਜਿਸ ਦੇ ਤਹਿਤ ਨਿਊ ਐਜੂਕੇਸ਼ਨ ਪਾਲਿਸੀ ਦਾ ਹਵਾਲਾ ਦੇ ਕੇ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਦੇ ਤੌਰ ਤੇ ਹਟਾਇਆ ਗਿਆ ਸੀ। ਤੁਸੀਂ ਇਸ ਪੂਰੇ ਮਾਮਲੇ ਨਹੀਂ, ਇਹ ਬਿਲਕੁਲ ਗੁੰਮਰਾਹਕੁਨ ਗੱਲ ਹੈਗੀ ਆ। ਨਿਊ ਐਜੂਕੇਸ਼ਨ ਪਾਲਿਸੀ ਦਾ ਜਿਹੜਾ ਥਰਸਟ ਹੈਗਾ, ਜਿਹੜਾ ਸਭ ਤੋਂ ਵੱਧ ਉਹ ਜ਼ੋਰ ਦੇ ਰਹੇ ਹੈਗੇ ਨੇ, ਉਹ ਕਹਿੰਦੇ ਨੇ ਕਿ ਜਿਹੜੀਆਂ ਮਾਤ ਭਾਸ਼ਾਵਾਂ ਹੈ, ਜਿਹੜੀ ਹੁਨਰ ਵਾਲੀ ਸਿੱਖਿਆ ਹੈਗੀ ਆ, ਜਿਹੜੀ ਹੁਨਰ ਨਾਲ ਸੰਬੰਧਿਤ ਸਿੱਖਿਆ, ਉਹ ਕਿੱਤਾ ਮੁਖੀ ਸਿੱਖਿਆ ਖਾਸ ਕਰਕੇ ਉਹ ਮਾਤ ਭਾਸ਼ਾਵਾਂ ਵਿੱਚ ਦਿੱਤੀ ਜਾਵੇ। ਲੇਕਿਨ ਹੁਣ ਸਾਡੀ ਸਮੱਸਿਆ ਕੀ ਹੈ, ਅਸੀਂ ਸਮੱਸਿਆ ਦੀ ਜੜ ਨਹੀਂ ਦੇਖਦੇ ਕਿ ਸਾਡੇ ਕੋਲ ਜਿੰਨੇ ਵੀ ਤਕਨੀਕੀ ਕੋਰਸ ਤੇ ਸਾਇੰਸ ਟੈਕਨੋਲੋਜੀ ਦੇ ਕੋਰਸ ਹੈ, ਉਹਨਾਂ ਦਾ ਪੰਜਾਬੀ ਦੇ ਵਿੱਚ ਟਰਾਂਸਲੇਸ਼ਨ ਹੀ ਨਹੀਂ ਹੈ। ਜਿਸ ਪੱਧਰ ਦਾ ਟਰਾਂਸਲੇਸ਼ਨ ਸਾਨੂੰ ਕਰਨਾ ਚਾਹੀਦਾ ਸੀ, ਮੈਂ ਜ਼ਰੂਰ ਸ਼ਲਾਘਾ ਕਰਨਾ ਚਾਹੁੰਦਾ, ਪੰਜਾਬੀ ਯੂਨੀਵਰਸਿਟੀ ਨੇ ਬਹੁਤ ਕੰਮ ਕੀਤਾ ਸੀ ਪੰਜਾਬੀ ਟਰਾਂਸਲੇਸ਼ਨ ਦੇ ਉੱਪਰ, ਲੇਕਿਨ ਇਹ ਖੜੋਤ ਆਈ ਹੋਈ ਆ। ਸਾਡਾ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਅਸੀਂ ਆਪਣੇ ਜਿੰਨੇ ਵੀ ਕਿੱਤਾ ਮੁਖੀ ਸਾਡੇ ਕੋਰਸ ਹੈਗੇ ਨੇ, ਪ੍ਰੋਗਰਾਮ ਹੈਗੇ ਨੇ ਸਾਇੰਸ ਟੈਕਨੋਲੋਜੀ ਦੇ, ਉਹਨਾਂ ਨੂੰ ਟਰਾਂਸਲੇਟ ਤਾਂ ਕਰੀਏ। ਜੇ ਟਰਾਂਸਲੇਸ਼ਨ ਨਹੀਂ ਤਾਂ ਮਜਬੂਰੀ 'ਚ ਬੱਚੇ ਇੰਗਲਿਸ਼ ਵਿੱਚ ਪੜ੍ਹਨਗੇ। ਮੈਂ ਵੀ ਇਸ ਗੱਲ ਦਾ ਮੁੱਦਈ ਹਾਂ ਕਿ ਜਿੰਨੀ ਅੱਛੀ ਤਾਲੀਮ ਜਿਹੜੀ ਹੈਗੀ ਉਹ ਮਾਤ ਭਾਸ਼ਾ ਵਿੱਚ ਬੱਚਾ ਹਾਸਲ ਕਰ ਸਕਦਾ, ਉਹ ਦੂਸਰੀ ਭਾਸ਼ਾ ਵਿੱਚ ਨਹੀਂ ਕਰ ਸਕਦਾ। ਲੇਕਿਨ ਸੱਚਾਈ ਤੇ ਪਰਦਾ ਪਾ ਕੇ ਇੱਕ ਗੁੰਮਰਾਹਕੁਨ ਪ੍ਰਚਾਰ ਕਰ ਦੇਣਾ ਕਿ ਨਿਊ ਐਜੂਕੇਸ਼ਨ ਪਾਲਿਸੀ ਜਿਹੜੀ ਖੇਤਰੀ ਭਾਸ਼ਾਵਾਂ ਨੂੰ ਦਬਾਉਂਦੀ ਹੈ, ਨਹੀਂ, ਨਿਊ ਐਜੂਕੇਸ਼ਨ ਪਾਲਿਸੀ ਜ਼ੋਰ ਦਿੰਦੀ ਹੈ ਕਿ ਖੇਤਰੀ ਭਾਸ਼ਾਵਾਂ ਦੇ ਵਿੱਚ ਹੀ ਕਿੱਤਾ ਮੁਖੀ ਸਿੱਖਿਆ ਦਿੱਤੀ ਜਾਵੇ। ਸਵਾਲ ਐਡ ਕਰ ਲਿਓ, ਅਨਵੇਕਲੀ ਪਹਿਲ ਕਿਹੜੀ ਹੈ ਪੰਜਾਬੀ ਦੇ ਲਈ, ਪੰਜਾਬੀ ਨੂੰ ਪ੍ਰਫੁੱਲਿਤ ਕਰਨ ਦੇ ਲਈ ਤੁਹਾਡੇ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ? ਅਸੀਂ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਵਾਸਤੇ ਕੁਝ ਕਾਰਜ ਕਰ ਰਹੇ ਹੈਗੇ, ਜਿਨ੍ਹਾਂ ਵਿੱਚੋਂ ਅਸੀਂ ਹੁਣੇ ਕੈਨੇਡਾ ਦੇ ਵਿੱਚ ਇੱਕ ਵਿਸ਼ਵ ਪੰਜਾਬੀ ਕਾਨਫਰੰਸ ਜਿਹੜੀ ਹੈਗੀ ਆ ਉਹ ਆਯੋਜਿਤ ਕਰਨ ਜਾ ਰਹੇ ਹੈਗੇ ਆ। ਇਸੇ ਮਹੀਨੇ ਹੋ ਰਹੀ ਹੈਗੀ ਆ। ਉਸ ਦੇ ਵਿੱਚ ਦੁਨੀਆ ਭਰ ਦੇ ਵਿੱਚ ਅਸੀਂ ਜਿਹੜੇ ਪੰਜਾਬੀ ਦੇ ਖੈਰ ਖਵਾ ਹੈਗੇ ਨੇ, ਜਿਹੜੇ ਪੰਜਾਬੀ ਦੇ ਵਿਦਵਾਨ ਹੈਗੇ, ਉਹਨਾਂ ਨੂੰ ਬੁਲਾਇਆ ਹੈ। ਔਰ ਮੈਂ ਗੱਲ ਇੱਥੇ ਜ਼ਰੂਰ ਮੈਂਸ਼ਨ ਕਰਨੀ ਚਾਹੁੰਦਾ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਵਾਸਤੇ ਜਜ਼ਬਾਤੀ ਗੱਲਾਂ ਅਸੀਂ ਬਹੁਤ ਕਰਦੇ ਹਾਂ, ਲੇਕਿਨ ਇਸ ਦੇ ਪਿੱਛੇ ਛੁਪੇ ਹੋਏ ਕਾਰਨਾਂ ਨੂੰ ਅਸੀਂ ਨਹੀਂ ਸਮਝਣ ਦੀ ਕੋਸ਼ਿਸ਼ ਕਰਦੇ ਕਿ ਪੰਜਾਬੀ ਤੋਂ ਸਾਡੇ ਬੱਚੇ ਦੂਰ ਕਿਉਂ ਜਾ ਰਹੇ ਆ, ਕਿਉਂਕਿ ਅਸੀਂ ਪੰਜਾਬੀ ਨੂੰ ਰੁਜ਼ਗਾਰ ਦੀ ਭਾਸ਼ਾ ਨਹੀਂ ਬਣਾ ਸਕੇ। ਇਹ ਸਾਡੀ ਕਮਜ਼ੋਰੀ, ਅਸੀਂ ਉਹਨੂੰ ਮੰਨਣ ਲਈ ਤਿਆਰ ਨਹੀਂ ਆ। ਔਰ ਇਹ ਸੱਚਾਈ ਆ ਕਿ ਸਭ ਤੋਂ ਪਹਿਲਾਂ ਰੋਟੀ ਰੋਜੀ ਦਾ, ਰੁਜ਼ਗਾਰ ਦਾ ਮਾਮਲਾ ਹਰ ਇਨਸਾਨ ਦਾ ਮੁੱਢਲਾ ਇੱਕ ਤਰਜੀਹ ਰਹਿੰਦੀ ਹੈ। ਔਰ ਮੈਨੂੰ ਗੱਲ ਪੂਰੀ ਕਰ ਲੈਣ ਦਿਓ ਪਲੀਜ਼, ਕਿ ਜਿਹੜਾ ਸਾਡਾ ਬੱਚਾ ਹੈਗਾ ਉਹ ਪੰਜਾਬੀ ਤੋਂ ਦੂਰ ਨਹੀਂ ਜਾਣਾ ਚਾਹੁੰਦਾ, ਲੇਕਿਨ ਉਹਨੂੰ ਮਜਬੂਰੀ 'ਚ ਆਇਲਟਸ ਕਰਨਾ ਪੈਂਦਾ, ਉਹਨੂੰ ਮਜਬੂਰੀ 'ਚ ਇੰਗਲਿਸ਼ ਸਿੱਖਣੀ ਪੈਂਦੀ, ਫਰੈਂਚ ਸਿੱਖਣੀ ਪੈਂਦੀ, ਜੈਪਨੀਜ਼ ਸਿੱਖਣੀ ਪੈਂਦੀ ਹੈ। ਅਗਰ ਅਸੀਂ ਪੰਜਾਬੀ ਨੂੰ ਵਿਕਾਸ ਨੂੰ ਅਸੀਂ ਸੁਹਿਰਦ ਯਤਨ ਕਰਨੇ ਆ, ਤੇ ਮੈਂ ਇਹ ਗੱਲ ਜ਼ੋਰ ਦੇ ਕੇ ਕਹਿਣਾ ਚਾਹੁੰਦਾ ਕਿ ਅਸੀਂ ਪੰਜਾਬੀ ਨੂੰ ਰੁਜ਼ਗਾਰ ਦੀ ਭਾਸ਼ਾ ਬਣਾਈਏ। ਜਿੰਨੇ ਵੀ ਰੁਜ਼ਗਾਰ ਮੁਖੀ ਕੋਰਸ ਹੈ ਉਹਨਾਂ ਨੂੰ ਅਸੀਂ ਪੰਜਾਬੀ ਦੇ ਵਿੱਚ ਟਰਾਂਸਲੇਸ਼ਨ ਕਰੀਏ ਤਾਂ ਕਿ ਸਾਡੇ ਬੱਚੇ ਪੰਜਾਬੀ ਵਿੱਚ ਪੜ੍ਹਨ। ਤੁਸੀਂ ਸਭ ਬੜੀ ਅੱਛੀ ਗੱਲ ਕੀਤੀ, ਲੇਕਿਨ ਜਿਹੜੇ ਕੈਨੇਡਾ ਦੇ ਵਿੱਚ ਜਿਹੜਾ ਡਿਪੋਰਟ ਦਾ ਇੱਕ ਮੁੱਦਾ ਚੱਲਦਾ ਪਿਆ ਹੈ, ਜਾਂ ਵਿਦਿਆਰਥੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ, ਤੁਸੀਂ ਉਹਨੂੰ ਕਿਵੇਂ ਦੇਖਦੇ ਹੋ? ਦੇਖੋ, ਇਹ ਇੱਕ ਸਾਡੇ ਵਾਸਤੇ ਤੋਂ ਸਿੱਖ ਲੈਣ ਵਾਲੀ ਕਿਹੜੀ ਗੱਲ ਹੈ। ਮੈਨੂੰ ਲੱਗਦਾ ਕਿ ਇਹ ਜਿਹੜੀ ਘਟਨਾ ਵਾਪਰੀ ਆ, ਇਹ ਸਾਡੇ ਬੱਚਿਆਂ ਨੂੰ ਗੁੰਮਰਾਹ ਕਰਕੇ, ਧੋਖਾ ਕਰਕੇ, ਅਸੀਂ ਕਿੰਨੇ ਦੇਰ ਤੋਂ ਯਤਨ ਕਰ ਰਹੇ ਹਾਂ ਕਿ ਜਿਹੜੀ ਧੋਖਾਧੜੀ ਹੋ ਰਹੀ ਹੈ ਸਾਡੇ ਵਿਦਿਆਰਥੀਆਂ ਨਾਲ, ਉਹਨੂੰ ਠੱਲ ਪਾਉਣ ਵਾਸਤੇ ਅਸੀਂ ਲਾਇਸੈਂਸ ਇਸ਼ੂ ਕਰਦੇ ਹਾਂ, ਅਸੀਂ ਏਜੰਟਾਂ ਦੇ ਬਣਾਉਣੇ ਆ। ਲੇਕਿਨ ਅੱਜ ਵੀ ਅਸੀਂ ਇਸ ਹੱਦ ਤੱਕ ਕਾਬਲ ਨਹੀਂ ਹੋਏ ਕਿ ਅਸੀਂ ਇੱਕ ਸਰਕਾਰੀ ਪੱਧਰ ਤੇ ਕੋਈ ਪੋਰਟਲ ਬਣਾ ਲਈਏ, ਕੋਈ ਐਸੀ ਵਿਵਸਥਾ, ਕੋਈ ਐਸੀ ਵਿੰਡੋ, ਸਿੰਗਲ ਵਿੰਡੋ ਅਸੀਂ ਇੰਡਸਟਰੀ ਵਾਸਤੇ ਬਣਾਉਣੇ ਆ, ਹੋਰ ਚੀਜ਼ਾਂ ਵਾਸਤੇ ਬਣਾਉਣੇ ਆ। ਮੈਂ ਬੇਨਤੀ ਕਰੂੰਗਾ ਸਾਰੀਆਂ ਸਰਕਾਰਾਂ ਨੂੰ ਕਿ ਕਿਉਂ ਨਹੀਂ ਅਸੀਂ ਇੱਕ ਐਸਾ ਭਰੋਸੇਯੋਗ ਸਿਸਟਮ ਸਰਕਾਰ ਵੱਲੋਂ ਪੈਦਾ ਕਰਦੇ ਕਿ ਜਿਸ ਦੇ ਰਾਹੀਂ ਜਿਹੜੇ ਵਿਦਿਆਰਥੀ ਨੇ ਉਹ ਆਪਣੀ ਫਰਦਰ ਪੜ੍ਹਾਈ ਵਾਸਤੇ ਬਾਹਰ ਜਾਣ, ਉਹਨਾਂ ਨਾਲ ਧੋਖਾ ਨਾ ਹੋ ਸਕੇ। ਕਿਉਂਕਿ ਹੁਣ ਕਿਹੜਾ ਬੰਦਾ, ਹੁਣ ਤੁਸੀਂ ਦੇਖੋ ਇੰਨੀ ਵੱਡੀ ਗਿਣਤੀ ਦੇ ਵਿੱਚ ਜੇ ਬੱਚਿਆਂ ਨਾਲ ਧੋਖਾ ਹੋਇਆ ਤਾਂ ਇਟ ਮੀਨਸ ਕਿ ਸਾਡੇ ਸਿਸਟਮ ਦੇ ਵਿੱਚ ਲੂਪਹੋਲ ਹੈਗੇ ਨੇ, ਸਾਡੇ ਸਿਸਟਮ ਦੇ ਵਿੱਚ ਖਾਮੀਆਂ ਹੈਗੀਆਂ। ਤਾਂ ਇਸ ਚੀਜ਼ ਨੂੰ ਮੈਂ ਇੱਕ ਤਾਂ ਇਸ ਨਜ਼ਰੀਏ ਨਾਲ ਦੇਖਦਾ ਕਿ ਸਾਨੂੰ ਇੱਕ ਤਾਂ ਇਹ ਕਿ ਇਸ ਚੀਜ਼ ਦੇ ਉੱਪਰ ਅਸੀਂ ਰਾਜਨੀਤੀ ਕਰ ਲਈਏ, ਅਸੀਂ ਜਜ਼ਬਾਤਾਂ ਨੂੰ ਅੱਗੇ ਲੈ ਜਾਈਏ ਜਾਂ ਉਹਨਾਂ ਬੱਚਿਆਂ ਨੂੰ ਪ੍ਰੋਟੈਕਟ ਕਰ ਲਈਏ, ਲੇਕਿਨ ਕੀ ਅਸੀਂ ਇਸ ਚੀਜ਼ ਦੀ ਅੱਗੇ ਨਾ ਹੋਵੇ ਉਹਦੀ ਰੋਕਥਾਮ ਵਾਸਤੇ ਕੋਈ ਕਾਨੂੰਨ ਬਣਾ ਸਕਦੇ ਹਾਂ, ਕੋਈ ਅਸੀਂ ਵਿਵਸਥਾ ਕਰ ਸਕਦੇ ਹਾਂ। ਮੈਂ ਇਸ ਗੱਲ ਦੀ ਬੇਨਤੀ ਕਰਨੀ ਚਾਹੁੰਦਾ ਕਿ ਇਸ ਘਟਨਾ ਤੋਂ ਸਬਕ ਲੈ ਕੇ ਅਸੀਂ ਕੋਈ ਠੋਸ ਉਪਰਾਲਾ ਕਰੀਏ ਤਾਂ ਕਿ ਹੋਰ ਧੋਖਾ ਬੱਚਿਆਂ ਨਾਲ ਨਾ ਹੋਵੇ। ਲੇਕਿਨ ਇਸ ਗੱਲ ਦੀ ਖੁਸ਼ੀ ਹੈ ਕਿ ਪੰਜਾਬੀ ਸਮਾਜ ਇੰਨਾ ਵੱਡਾ ਹੋ ਚੁੱਕਿਆ ਹੈ, ਉਸ ਦਾ ਪ੍ਰੈਸ਼ਰ ਜਿਹੜਾ ਹੈਗਾ ਉਹ ਪੂਰੇ ਵਿਸ਼ਵ ਦੇ ਵਿੱਚ ਇੰਨਾ ਹੈਗਾ ਕਿ ਉੱਥੋਂ ਦੀ ਸਰਕਾਰ ਨੂੰ ਇਹ ਗੱਲ ਕਹਿਣੀ ਪਈ ਹੈਗੀ ਆ ਕਿ ਅਸੀਂ ਹਰੇਕ ਇੰਡੀਵਿਜੂਅਲ ਕੇਸ ਨੂੰ ਅਲੱਗ ਤੋਂ ਵਿਚਾਰਾਂਗੇ ਔਰ ਅਸੀਂ ਕਿਸੇ ਏਜੰਟ ਦੇ ਧੋਖੇ ਦੀ ਸਜ਼ਾ ਕਿਸੇ ਵਿਦਿਆਰਥੀ ਨੂੰ ਨਹੀਂ ਦੇਵਾਂਗੇ। ਇਹ ਬਹੁਤ ਵੱਡੀ ਗੱਲ ਹੈਗੀ ਆ। ਲੇਕਿਨ ਹਾਲੇ ਵੀ ਉਹਨਾਂ ਬੱਚਿਆਂ ਦੇ ਉੱਪਰ ਜਿਹੜਾ ਖਤਰਾ ਉਹ ਮੰਡਰਾ ਰਿਹਾ ਹੈਗਾ, ਉਹਨਾਂ ਬੱਚਿਆਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈਗਾ। ਔਰ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੂੰਗਾ, ਮੈਂ ਤਾਂ ਪਹਿਲੀ ਅਰਦਾਸ ਕਰਦਾ ਕਿ ਪ੍ਰਮਾਤਮਾ ਕਰੇ ਉਹ ਬੱਚੇ ਉੱਥੇ ਸਫਲ ਹੋਣ। ਅਗਰ ਉਹ ਬੱਚੇ ਡਿਪੋਰਟ ਹੋ ਕੇ ਆਉਂਦੇ ਆ ਤਾਂ ਚੰਡੀਗੜ੍ਹ ਯੂਨੀਵਰਸਿਟੀ ਉਸ ਦੀ ਜ਼ਿੰਮੇਵਾਰੀ ਲਏਗੀ। ਅਸੀਂ ਉਹਨਾਂ ਬੱਚਿਆਂ ਦਾ ਜਿਹੜਾ ਨੁਕਸਾਨ ਹੋਇਆ ਉਹਦੀ ਭਰਪਾਈ ਵਾਸਤੇ ਅਸੀਂ ਜੋ ਵੀ ਉਹਨਾਂ ਨੂੰ ਜ਼ਰੂਰਤ ਹੋਏਗੀ, ਅਸੀਂ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਉਹਨਾਂ ਬੱਚਿਆਂ ਨੂੰ ਇੱਥੇ ਪੜ੍ਹਾਈ ਵਾਸਤੇ ਵਿਸ਼ੇਸ਼ ਮੌਕਾ ਦੇਵਾਂਗੇ
ਔਰ ਉਹਨਾਂ ਬੱਚਿਆਂ ਨੂੰ ਫਿਰ ਕੈਨੇਡਾ ਭੇਜਣ ਵਾਸਤੇ, ਕਿਉਂਕਿ ਸਾਡੇ ਕੋਲੇ ਭਰੋਸੇਯੋਗ ਸਾਧਨ ਹੈਗਾ ਕਿ ਸਾਡੇ ਕੋਲੇ ਕੈਨੇਡੀਅਨ ਯੂਨੀਵਰਸਿਟੀ ਨਾਲ 2+2 ਦੇ ਪ੍ਰੋਗਰਾਮ ਹੈਗੇ। 2 ਸਾਲ ਬੱਚਾ ਇੱਥੇ ਪੜ੍ਹ ਕੇ 2 ਸਾਲ ਜਾ ਸਕਦਾ ਹੈ। ਅਸੀਂ ਉਹਨਾਂ ਬੱਚਿਆਂ ਨੂੰ 2 ਸਾਲ ਇੱਥੇ ਪੜ੍ਹਾ ਕੇ ਉੱਥੋਂ ਦੀਆਂ ਸ਼ਰਤਾਂ ਜਿਵੇਂ ਪੂਰੀਆਂ ਕਰਦੇ ਅਸੀਂ ਉਹਨਾਂ ਨੂੰ ਕੈਨੇਡਾ ਫਿਰ ਭੇਜਣ ਦਾ ਉਪਰਾਲਾ ਕਰਾਂਗੇ। ਕਿਆ ਡਿਪੋਰਟ ਹੋਇਆ ਬੱਚਾ ਦੁਬਾਰਾ ਜਾ ਸਕਦਾ ਹੈ ਜੀ? ਬਿਲਕੁਲ ਜਾ ਸਕਦਾ, ਬਿਲਕੁਲ ਜਾ ਸਕਦਾ। ਡਿਪੋਰਟ ਹੋਇਆ ਬੱਚਾ ਜਾ ਸਕਦਾ ਹੈਗਾ, ਲੇਕਿਨ ਉਸ ਦੀਆਂ ਜਿਹੜੀਆਂ ਦੇਖੋ ਕਿਸੇ ਦੇਸ਼ ਦੀ ਇਮੀਗ੍ਰੇਸ਼ਨ ਜਿਹੜੀ ਪਾਲਿਸੀ ਕੀ ਹੈ, ਸਮੇਂ-ਸਮੇਂ ਤੇ ਤਬਦੀਲੀਆਂ ਹੁੰਦੀਆਂ ਨੇ ਕੀ ਹੈ, ਲੇਕਿਨ ਮੈਂ ਆਪਣੀ ਇੱਕ ਪੇਸ਼ਕਸ਼ ਹੈ ਇਹ ਮਾਧਿਅਮ ਰਾਹੀਂ ਤੁਹਾਡੇ ਰਾਹੀਂ ਕਰਨਾ ਚਾਹੁੰਦਾ ਕਿ 700 ਬੱਚਿਆਂ ਦੇ ਜਿਹੜੇ ਮਾਪੇ ਹੈਗੇ ਨੇ, 700 ਬੱਚੇ ਤੇ ਜਿਹੜੇ ਉਹਨਾਂ ਦੇ ਮਾਪੇ, ਉਹਨਾਂ ਦੇ ਰਿਸ਼ਤੇਦਾਰ ਇਸ ਵੇਲੇ ਪਰੇਸ਼ਾਨੀ ਵਿੱਚ ਨੇ। ਮੈਂ ਉਹਨਾਂ ਨੂੰ ਇੱਕ ਭਰੋਸਾ ਦੇਣਾ ਚਾਹੁੰਦਾ ਕਿ ਪਹਿਲਾਂ ਤਾਂ ਕੋਸ਼ਿਸ਼ ਕਰੀਏ ਕਿ ਉਹ ਬੱਚੇ ਉੱਥੇ ਟਿਕ ਜਾਣ। ਅਗਰ ਵਾਪਸ ਵੀ ਆਉਂਦੇ ਤੁਸੀਂ ਘਬਰਾਇਓ ਨਾ, ਉਹਨਾਂ ਬੱਚਿਆਂ ਨੂੰ ਚੰਡੀਗੜ੍ਹ ਯੂਨੀਵਰਸਿਟੀ ਸੰਭਾਲੇਗੀ, ਮੈਂ ਸੰਭਾਲਾਂਗਾ, ਮੈਂ ਉਹ ਸੇਵਾ ਲਵਾਂਗਾ ਔਰ ਉਹਨਾਂ ਬੱਚਿਆਂ ਨੂੰ ਅਸੀਂ ਦੁਬਾਰਾ ਫਿਰ ਕੈਨੇਡਾ ਭੇਜਣ ਵਾਸਤੇ ਯਤਨ ਕਰਾਂਗੇ। ਇਹ ਯੂਨੀਵਰਸਿਟੀ ਪੰਜਾਬ ਦੇ ਵਿੱਚ ਸਿਚੁਏਟਡ ਹੈ ਤੇ ਤੁਸੀਂ ਸੰਸਥਾਪਕ ਹੋ ਇਸ ਯੂਨੀਵਰਸਿਟੀ ਦੇ, ਤੁਹਾਡੇ ਮਨ 'ਚ ਕਿੱਦਾਂ ਆਇਆ ਵੀ ਇਸ ਯੂਨੀਵਰਸਿਟੀ ਦਾ ਨਾਮ ਚੰਡੀਗੜ੍ਹ ਯੂਨੀਵਰਸਿਟੀ ਰੱਖਿਆ ਜਾਵੇ? ਦੇਖੋ, ਮੈਂ ਜਦੋਂ ਇਹ ਯੂਨੀਵਰਸਿਟੀ ਸਟਾਰਟ ਕੀਤੀ ਹੈ, ਮੈਂ ਇੱਕ ਬੜੇ ਲੋਅਰ ਮਿਡਲ ਕਲਾਸ ਫੈਮਿਲੀ ਤੋਂ ਆਇਆ, ਇੱਕ ਸਧਾਰਨ ਜੱਟ ਪਰਿਵਾਰ, ਕਿਸਾਨ ਪਰਿਵਾਰ 'ਚੋਂ ਆਇਆ। ਮੈਨੂੰ ਜੋ ਕੁਝ ਮਿਲਿਆ, ਮੇਰੇ ਕੋਲ ਸਾਧਨ ਨਹੀਂ ਸੀ, ਮੈਨੂੰ ਸਮਾਜ 'ਚੋਂ ਮਿਲਿਆ ਔਰ ਮੈਂ ਪਹਿਲਾਂ ਰੋਟੀ ਰੋਜੀ ਦਾ ਮਸਲਾ ਸੀ, ਲੇਕਿਨ ਬਾਅਦ 'ਚ ਜਦੋਂ ਕੰਮ ਚੱਲ ਗਿਆ ਤਾਂ ਮੈਂ ਇਹਨੂੰ ਆਪਣਾ ਮਿਸ਼ਨ ਬਣਾਇਆ ਹੋਇਆ। ਔਰ ਜਦੋਂ ਮੈਂ ਯੂਨੀਵਰਸਿਟੀ ਬਣਾਉਣੀ ਸੀ ਤਾਂ ਮੇਰੇ ਦਿਮਾਗ ਦੇ ਵਿੱਚ ਇਹ ਸੀ ਕਿ ਮੈਂ ਇੱਕ ਵਿਸ਼ਵ ਪੱਧਰੀ ਸੰਸਥਾ ਬਣਾਉਣੀ ਹੈ। ਔਰ ਵਿਸ਼ਵ ਪੱਧਰੀ ਸੰਸਥਾ ਬਣਾਉਣ ਦਾ ਮੁੱਢ ਕਿੱਥੋਂ ਵੱਜਦਾ ਹੈਗਾ ਕਿ ਉਸ ਦਾ ਨਾਮ ਕੀ ਹੋਵੇ, ਉਸ ਦਾ ਵਿਜ਼ਨ ਮਿਸ਼ਨ ਕੀ ਹੋਵੇ। ਤੇ ਜਿੰਨੀਆਂ ਵੀ ਸੰਸਥਾਵਾਂ ਖੁੱਲੀਆਂ ਨੇ ਮੇਰੇ ਨਾਲ ਜਾਂ ਮੇਰੇ ਤੋਂ ਪਹਿਲਾਂ, ਉਹ ਜਦੋਂ ਪ੍ਰਾਈਵੇਟ ਖੇਤਰ ਦੀਆਂ ਆਉਂਦੀਆਂ ਤੇ ਉਸ ਦੇ ਉੱਪਰ ਉਹ ਪਰਿਵਾਰ ਦਾ ਪ੍ਰਭਾਵ ਜਾਂ ਆਪਣੇ ਧਰਮ ਦਾ ਪ੍ਰਭਾਵ ਜਾਂ ਕੋਈ ਆਪਣਾ ਇਲਾਕਾਈ ਪ੍ਰਭਾਵ ਆਪਣੀ ਸੋਚ ਮੁਤਾਬਕ ਉਹ ਹੈਗਾ। ਗੁਰੂ ਸਾਹਿਬਾਨ ਦੇ ਨਾਂ ਤੇ ਵੀ ਯੂਨੀਵਰਸਿਟੀਆਂ ਲੋਕਾਂ ਨੇ ਬਣਾਈਆਂ ਹੈਗੀਆਂ, ਲੇਕਿਨ ਮੈਂ ਸੋਚਿਆ ਕਿ ਮੈਂ ਵਿਸ਼ਵ ਪੱਧਰੀ ਯੂਨੀਵਰਸਿਟੀ ਬਣਾਉਣੀ ਹੈ ਤਾਂ ਮੈਂ ਵਿਸ਼ਵ ਦੀਆਂ ਟੌਪ ਯੂਨੀਵਰਸਿਟੀ ਨੂੰ ਸਟੱਡੀ ਕੀਤਾ ਔਰ ਮੈਨੂੰ ਪਤਾ ਲੱਗਿਆ ਕਿ ਦੁਨੀਆ ਦੇ ਵਿੱਚ ਜਿਹੜੀ ਸਭ ਤੋਂ ਵੱਡੀਆਂ ਯੂਨੀਵਰਸਿਟੀ ਨੇ ਉਹ ਉੱਥੋਂ ਦੇ ਸ਼ਹਿਰਾਂ ਦੇ ਨਾਮ ਤੇ ਹੈ, ਚਾਹੇ ਸਟੈਨਫੋਰਡ ਯੂਨੀਵਰਸਿਟੀ ਹੈ, ਚਾਹੇ ਆਕਸਫੋਰਡ ਯੂਨੀਵਰਸਿਟੀ ਹੈ। ਤੇ ਮੈਂ ਸੋਚਿਆ ਕਿ ਅਗਰ ਪ੍ਰਮਾਤਮਾ ਨੇ ਮੈਨੂੰ ਮੌਕਾ ਦਿੱਤਾ, ਮੈਂ ਵਿਸ਼ਵ ਪੱਧਰੀ ਯੂਨੀਵਰਸਿਟੀ ਬਣਾਉਣ 'ਚ ਕਾਮਯਾਬ ਹੋਇਆ ਤੇ ਕੱਲ੍ਹ ਨੂੰ ਕਿਤੇ ਇਹ ਨਾ ਹੋ ਜਾਵੇ ਕਿ ਇਹ ਕੋਤਾਹੀ ਦਾ ਖਮਿਆਜਾ ਬੱਚਿਆਂ ਨੂੰ ਭੁਗਤਣਾ ਪਏ ਕਿ ਮੇਰੀ ਯੂਨੀਵਰਸਿਟੀ ਦਾ ਨਾਮ ਸੰਧੂ ਯੂਨੀਵਰਸਿਟੀ ਹੋਵੇ ਤੇ ਬੱਚੇ ਮੈਨੂੰ ਕੋਸਦੇ ਰਹਿਣ। ਮੈਂ ਆਪਣੇ ਪਰਿਵਾਰ ਦਾ ਪ੍ਰਭਾਵ, ਆਪਣੇ ਧਰਮ ਦਾ, ਆਪਣੇ ਸੋਚ ਦਾ ਪ੍ਰਭਾਵ ਹਟਾਉਣ ਵਾਸਤੇ ਇਸ ਸੰਸਥਾ ਨੂੰ ਇੱਕ ਵਿਸ਼ਵ ਪੱਧਰੀ ਬਣਾਉਣ ਵਾਸਤੇ ਇਹਦਾ ਨਾਮ ਚੰਡੀਗੜ੍ਹ ਯੂਨੀਵਰਸਿਟੀ ਪ੍ਰਪੋਜ਼ ਕੀਤਾ। ਲੇਕਿਨ 2 ਸਾਲ ਇਹ ਯੂਨੀਵਰਸਿਟੀ ਇਸ ਗੱਲ ਕਰਕੇ ਲੇਟ ਬਣੀ ਕਿ ਇਹਦਾ ਨਾਮ ਚੰਡੀਗੜ੍ਹ ਕਿਉਂ ਰੱਖਿਆ। ਅਗਰ ਮੈਂ ਇਹਦਾ ਨਾਮ ਚੰਡੀਗੜ੍ਹ ਨਾਲ ਰੱਖਿਆ ਹੁੰਦਾ ਤਾਂ ਅੱਜ ਇਸ ਯੂਨੀਵਰਸਿਟੀ ਨੂੰ 12 ਨਹੀਂ 14 ਸਾਲ ਹੋ ਜਾਣੇ ਸੀ ਬਣੀ ਨੂੰ। 2 ਸਾਲ ਲੜਾਈ ਲੜਨੀ ਪਈ ਇਹ ਨਾਮ ਲੈਣ ਵਾਸਤੇ, ਲੇਕਿਨ ਇਹ ਨਾਮ ਲੈ ਕੇ ਮੈਂ ਇਸ ਨਾਮ ਦੀ ਜਿਹੜੀ ਲਾਜ ਰੱਖਣ ਦੀ ਕੋਸ਼ਿਸ਼ ਵੀ ਕਰ ਰਿਹਾ ਕਿ ਮੈਂ ਜਿਹੜਾ ਇਨਫਰਾਸਟ੍ਰਕਚਰ ਬਣਾਇਆ ਉਹ ਸਾਰਾ ਤੁਸੀਂ ਦੇਖੋਗੇ ਆਰਕੀਟੈਕਚਰ ਜਿਹੜਾ ਹੈਗਾ ਚੰਡੀਗੜ੍ਹ ਦੇ ਕਨਸੈਪਟ ਨੂੰ ਲੈ ਕੇ ਹੀ ਬਣਾ ਰਿਹਾ ਹੈਗਾ। ਕੋਸ਼ਿਸ਼ ਕਰ ਰਿਹਾ, ਮੈਂ ਨਿਮਾਣਾ ਜਿਹਾ ਬੰਦਾ, ਗਲਤੀਆਂ ਮੇਰੇ ਤੋਂ ਵੀ ਹੁੰਦੀਆਂ ਹੋਣਗੀਆਂ, ਕਮੀਆਂ ਹੈਗੀਆਂ ਨੇ, ਲੇਕਿਨ ਇਮਾਨਦਾਰੀ 'ਚ ਨੀਅਤ 'ਚ ਕੋਈ ਮੇਰੇ ਖੋਟ ਨਹੀਂ ਹੈਗੀ। ਥੈਂਕ ਯੂ ਸਰ।